ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪੁ। ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਘਨ ਹਰ ਬੂੰਦ ਬਸੋ ਰੋਮਾਵਲ ਕੁਸਮ ਬਸੰਤ ਗਨੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨਹਿ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਣ ਆਵੈ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਨਾਰੀ। ਬੂਕ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਇ। ਅੰਧ ਲਖੈ ਬਦਰੋ ਸੁਣੈ ਜਿਉ ਕਾਲ ਕਿਰਪਾ ਕਰਾਇ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਘਰ ਪਹਿਲਾ ਤੇ ਤੁਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ।
ਭਗਤਾ ਦੀ ਸਦਾ ਤੂੰ ਰੱਖਦਾ ਹਰਿ ਜੀਉ, ਧੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲਏ ਹਰਿ ਜੀਉ, ਹਰਨਾਖਸ ਮਾਰ ਪਚਾਇਆ। ਭਗਤਾ ਦੀ ਸਦਾ ਤੂੰ ਰੱਖਦਾ ਹਰਿ ਜੀਉ, ਧੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲਏ ਹਰਿ ਜੀਉ, ਹਰਨਾਖਸ ਮਾਰ ਪਚਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰਿ ਜੀਉ, ਮਨ ਮੁਖ ਭਰਮ ਭੁਲਾਇਆ। ਹਰਿ ਜੀ ਇਹ ਤੇਰੀ ਵਡਿਆਈ, ਭਗਤਾ ਕੀ ਪੈਜ ਰਖ ਤੂੰ ਸੁਆਮੀ। ਭਗਤ ਤੇਰੀ ਸਰਣਾਈ ਰਹਾਉ। ਸੋਰਠ ਮਹੱਲਾ ਤੀਜਾ, ਘਰ ਪਹਿਲਾ ਤੇ ਤੁਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਭਗਤਾ ਦੀ ਸਦਾ ਤੂੰ ਰੱਖਦਾ ਹਰਿ ਜੀਉ, ਧੁਰ ਤੂੰ ਰੱਖਦਾ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਹੋ ਕੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣਦਿਆਂ ਹੋਇਆਂ ਸਤਿਗੁਰਾਂ ਦੇ ਪਾਵਨ ਗੁਰਬਾਣੀ ਦੇ ਪਾਠ ਜਾਪ ਨੂੰ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹਾਂ। ਜਿਸ ਪ੍ਰਕਾਰ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪ੍ਰਕਾਸ਼ ਦੀ ਸੇਵਾ ਹੋਈ ਹੈ, ਉਸ ਤੋਂ ਉਪਰੰਤ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਪੜ੍ਹੇ ਸੁਣੇ ਗਏ ਹਨ। ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ, ਜਿਸ ਦੇ ਵਿੱਚੋਂ ਆਪਾਂ ਸ਼ਬਦ ਦੀਆਂ ਪੰਕਤੀਆਂ ਨੂੰ ਸਰਵਣ ਕੀਤਾ ਹੈ। ਅੱਜ ਸੋਰਠ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ, ਜਿਨ੍ਹਾਂ ਦੇ ਉਚਾਰਨ ਕੀਤੇ ਹੋਏ ਸ਼ਬਦ ਪ੍ਰਾਰੰਭ ਹੋ ਰਹੇ ਹਨ। ਕੱਲ੍ਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਅਸ਼ਟਪਦੀਆਂ ਸੰਪੂਰਨ ਹੋਈਆਂ ਸਨ। ਅੱਜ ਹੁਣ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਭੱਲੇ ਕੁਲ ਦੇ ਵਿੱਚੋਂ
ਜਿਨ੍ਹਾਂ ਦੀ ਬਾਬਤ ਭੱਟ ਸਾਹਿਬਾਨ ਆਪਣੀ ਬਾਣੀ ਦੇ ਅੰਦਰ ਬਚਨ ਕਰਦੇ ਹੈ ਕਿ ਸੰਸਾਰ ਦੇ ਅੰਦਰ ਜਿਵੇਂ ਇਹ ਕੋਈ ਚੀਜ਼ਾਂ ਜਿਨ੍ਹਾਂ ਦੀ ਗਿਣਤੀ ਮਿਣਤੀ ਕਰਨੀ ਬੜੀ ਔਖੀ ਹੈ। ਘਨ ਹਰ ਬੂੰਦ ਬਸੌਰੋ ਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਭੱਟ ਸਾਹਿਬਾਨ ਲਿਖਦੇ ਹਨ ਕਿ ਜਿਵੇਂ ਮੀਂਹ ਪੈਂਦਾ ਹੋਵੇ ਅਤੇ ਪੈਂਦੇ ਹੋਏ ਮੀਂਹ ਦੇ ਵਿੱਚ ਕਿੰਨੀਆਂ ਕਣੀਆਂ ਧਰਤੀ 'ਤੇ ਡਿੱਗਦੀਆਂ, ਉਹਨਾਂ ਦੀ ਕੋਈ ਗਿਣਤੀ ਕਰਨੀ ਚਾਹੇ ਬੜਾ ਔਖਾ ਕੰਮ ਹੈ। ਇਸੇ ਪ੍ਰਕਾਰ ਘਨ ਹਰ ਬੂੰਦ ਬਸੌਰੋ ਮਾਵਲ, ਇਸੇ ਪ੍ਰਕਾਰ ਇਸ ਧਰਤੀ ਦੇ ਕਿੰਨੇ ਵਨਸਪਤੀ ਹੈ, ਕਿੰਨੇ ਪੇੜ ਪੌਦੇ ਹੈ। ਕੁਸਮ ਬਸੰਤ ਗਨੰਤ ਨ ਆਵੈ, ਬਸੰਤ ਰੁੱਤ ਦੇ ਅੰਦਰ ਬਨਸਪਤੀ ਨੂੰ ਕਿੰਨੇ ਫੁੱਲ ਖਿੜਦੇ ਹੈ, ਉਹਨਾਂ ਦੀ ਗਿਣਤੀ ਬੜੀ ਔਖੀ ਹੈ। ਰਵ ਸਸ ਕਿਰਨ ਉਦਰ ਸਾਗਰ ਕੋ, ਜਿਵੇਂ ਸੂਰਜ ਦੀਆਂ ਕਿੰਨੀਆਂ ਕਿਰਨਾਂ ਧਰਤੀ 'ਤੇ ਆਉਂਦੀਆਂ, ਚੰਦਰਮਾ ਦੀਆਂ ਕਿੰਨੀਆਂ ਕਿਰਨਾਂ ਰਾਤ ਨੂੰ ਧਰਤੀ 'ਤੇ ਆਉਂਦੀਆਂ। ਉਦਰ ਸਾਗਰ ਕੋ, ਜਿਵੇਂ ਸਮੁੰਦਰ ਦਾ ਕੋਈ ਥਾਹ ਬੰਨਾ ਲੈਣਾ ਹੋਵੇ, ਕਿੰਨਾ ਡੂੰਘਾ ਹੈ, ਕਿੰਨੀ ਇਹਦੀ ਲੰਬਾਈ ਚੜਾਈ ਹੈ, ਕਿੰਨਾ ਪਾਣੀ ਹੈ, ਬੜਾ ਔਖਾ ਕੰਮ ਹੈ। ਗੰਗ ਤਰੰਗ ਅੰਤ ਕੋ ਪਾਵੈ, ਕਿ ਗੰਗਾ ਦੇ ਅੰਦਰ ਕਿੰਨੀਆਂ ਲਹਿਰਾਂ ਉੱਠਦੀਆਂ, ਕਿੰਨੀਆਂ ਸ਼ਾਂਤ ਹੋ ਜਾਂਦੀਆਂ, ਉਹਨਾਂ ਦੀ ਕੋਈ ਗਿਣਤੀ ਨਹੀਂ ਹੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨਹਿ ਜੋ ਗਾਵੈ। ਰੁਦਰ ਨਾਮ ਹੈ ਸ਼ਿਵ ਜੀ ਦਾ, ਕਿ ਜਿਹੜੀ ਸ਼ਿਵ ਜੀ ਦੀ ਸਮਾਧੀ ਹੈ ਬੜੀ ਲੰਮੀ ਮੰਨੀ ਹੈ। ਕਈ ਹਜ਼ਾਰ ਵਰ੍ਹੇ ਦੀ ਸਮਾਧੀ ਧਾਰਮਿਕ ਗ੍ਰੰਥਾਂ ਦੇ ਅੰਦਰ ਇਹਦੀ ਲਿਖੀ ਹੈ। ਜਿਵੇਂ ਸ਼ਿਵ ਜੀ ਦੀ ਸਮਾਧੀ ਦਾ ਕੋਈ ਅੰਤ ਨਹੀਂ ਹੈ, ਇਸੇ ਪ੍ਰਕਾਰ ਹੀ ਭੱਟ ਸਾਹਿਬਾਨ ਲਿਖਦੇ ਹਨ ਜਿਵੇਂ ਇਹ ਚੀਜ਼ਾਂ ਦੀ ਗਿਣਤੀ ਕਰਨੀ ਔਖੀ ਹੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਕਿ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਅੰਦਰ ਕਿਤਨੇ ਕੁ ਗੁਣ ਹੈ, ਕੋਈ ਵੀ ਗਿਣ ਕੇ ਦੱਸ ਨਹੀਂ ਸਕਦਾ, ਬਿਆਨ ਨਹੀਂ ਕਰ ਸਕਦਾ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉੱਪਰ ਬਖਸ਼ਿਸ਼ਾਂ ਕੀਤੀਆਂ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ, ਅਤੇ ਬਖਸ਼ਿਸ਼ਾਂ ਐਸੀਆਂ ਕੀਤੀਆਂ ਕਿ ਨਿਮਾਣਿਆਂ ਦੇ ਮਾਣ ਸ਼੍ਰੀ ਗੁਰੂ ਅਮਰਦਾਸ ਮਹਾਰਾਜ। ਇਸੇ ਪ੍ਰਕਾਰ ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਿਧਿਰਿਆਂ ਦੀ ਧਿਰ, ਨਿਥਾਵਿਆਂ ਦੇ ਥਾਂ, ਨਚੀਜਿਆਂ ਦੇ ਚੀਜ਼, ਇਤਨੀਆਂ ਬਖਸ਼ਿਸ਼ਾਂ ਕੀਤੀਆਂ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਿ ਉਹਨਾਂ ਦੀ ਵੀ ਕੋਈ ਗਿਣਤੀ ਨਹੀਂ ਹੈ। ਐਸੇ ਮਹਾਨ ਪਰਉਪਕਾਰੀ ਸਤਿਗੁਰੂ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ, ਜਿਨ੍ਹਾਂ ਦੇ ਉਚਾਰਨ ਕੀਤੇ ਹੋਏ ਸ਼ਬਦ ਅੱਜ ਪ੍ਰਾਰੰਭ ਹੋ ਰਹੇ ਹਨ। ਸਤਿਗੁਰੂ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਦੋ ਪ੍ਰਕਾਰ ਦੇ ਪੱਖ ਨੂੰ ਲੈ ਕੇ ਬਚਨ ਕਰਦੇ ਹਨ ਕਿ ਸੰਸਾਰ ਦੇ ਅੰਦਰ ਇੱਕ ਬੰਨੇ 'ਤੇ ਸੰਸਾਰੀ ਜੀਵ ਹਨ, ਦੂਸਰੇ ਬੰਨੇ ਪਰਮੇਸ਼ਰ ਦੇ ਭਗਤ ਹੈ, ਪਰਮਾਤਮਾ ਦੀ ਬੰਦਗੀ ਕਰਨ ਵਾਲੇ ਹੈ। ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਭਗਤਾਂ ਤੈਸ ਹੈ ਸਾਰੀਆਂ, ਜੋੜ ਕਦੇ ਨਾ ਆਇਆ। ਕਿ ਜਿਹੜੇ ਭਗਤ ਹੁੰਦੇ ਹੈ, ਉਹਨਾਂ ਦੀਆਂ ਗੱਲਾਂ ਬਾਤਾਂ, ਉਹਨਾਂ ਦਾ ਰਹਿਣ ਸਹਿਣ, ਉਹਨਾਂ ਦਾ ਖਾਣ ਪੀਣ, ਉਹਨਾਂ ਦੀ ਕਰਮ ਕਿਰਿਆ, ਦੂਸਰੇ ਬੰਨੇ ਸੰਸਾਰੀ ਜੀਵਾਂ ਦੇ ਵਿਹਾਰ ਹਨ, ਇਹਨਾਂ ਦਾ ਕਦੇ ਜੋੜ ਨਹੀਂ ਆਉਂਦਾ, ਕਦੇ ਇਹਨਾਂ ਦੀ ਇੱਕ ਸੁਰਤਾ ਨਹੀਂ ਹੁੰਦੀ। ਇਸੇ ਪ੍ਰਕਾਰ ਹੀ ਫਿਰ ਉਹ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨੇ ਇਹ ਸਾਰੀਆਂ ਚੀਜ਼ਾਂ ਬਣਾਈਆਂ।
ਜਿੱਥੇ ਉਹ ਭਗਤਾਂ ਨੂੰ ਭੇਜਦਾ, ਫਿਰ ਉਹਨਾਂ ਭਗਤਾਂ ਦੀ ਵਿਰੋਧਤਾ ਵਾਲਿਆਂ ਨੂੰ ਭੇਜਦਾ। ਫਿਰ ਭਗਤਾਂ ਦੀ ਅਤੇ ਉਹਨਾਂ ਦੀ ਵਿਰੋਧਤਾ ਹੁੰਦੀ ਹੈ। ਉਹ ਭਗਤਾਂ ਦਾ ਵਿਰੋਧ ਕਰਦੇ ਹੈ, ਭਗਤਾਂ ਨੂੰ ਤੰਗ ਕਰਦੇ ਹੈ, ਭਗਤਾਂ ਨੂੰ ਤਸੀਹੇ ਦਿੰਦੇ ਹੈ। ਫਿਰ ਉਹ ਪਰਮੇਸ਼ਰ ਵਾਹਿਗੁਰੂ ਆਪਣੇ ਭਗਤਾਂ ਦੀ ਰੱਖਿਆ ਕਰਦਾ। ਅਤੇ ਸੰਸਾਰ ਦੇ ਜੀਵਾਂ ਦੇ ਤਾਈਂ ਇਹ ਦੱਸਣ ਵਾਸਤੇ ਕਿ ਪਰਮੇਸ਼ਰ ਵੀ ਕੋਈ ਚੀਜ਼ ਹੈ, ਪਰਮਾਤਮਾ ਵੀ ਕੋਈ ਖੇਡ ਹੈ। ਉਹ ਵੀ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ ਅਤੇ ਕਿਵੇਂ ਕਰਦਾ ਹੈ। ਇਸ ਪ੍ਰਕਾਰ ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਇਹ ਪੱਖ ਬਿਆਨ ਕੀਤੇ ਹੈ। ਇੱਕ ਪਾਸੇ ਗੁਰਮੁਖਾਂ ਦਾ ਪੱਖ ਹੈ, ਦੂਸਰੇ ਪਾਸੇ ਮਨਮੁਖਾਂ ਦੀ ਕਰਮ ਕਿਰਿਆ ਹੈ। ਤਾਂ ਸਤਿਗੁਰੂ ਜੀ ਬਚਨ ਕਰਦੇ ਹਨ, ਹਰਿ ਜੀ ਇਹ ਤੇਰੀ ਵਡਿਆਈ, ਕਿ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਇਹ ਤੇਰੀ ਐਸੀ ਵਡਿਆਈ ਹੈ। ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸਰਨਾਈ, ਕਿ ਜਿਹੜੇ ਭਗਤ ਪਰਮੇਸ਼ਰ ਵਾਹਿਗੁਰੂ ਤੇਰੀ ਸ਼ਰਨ ਪੈ ਜਾਂਦੇ ਹੈ, ਉਹਨਾਂ ਦੀ ਪੈਜ ਇੱਜ਼ਤ ਆਬਰੂ ਜਿਹੜੀ ਹੈ ਉਹਦੀ ਰੱਖਿਆ ਤੂੰ ਆਪ ਕਰਦਾ ਹੈ। ਉਹਨਾਂ ਦੀ ਰੱਖਿਆ ਇਸ ਲੋਕ ਦੇ ਅੰਦਰ ਵੀ ਅਤੇ ਪਰਲੋਕ ਦੇ ਅੰਦਰ ਵੀ ਤੂੰ ਹੀ ਕਰਦਾ ਹੈ ਪਰਮੇਸ਼ਰ। ਇਸ ਪ੍ਰਕਾਰ ਸਤਿਗੁਰੂ ਜੀ ਇਸ ਪਾਵਨ ਸ਼ਬਦ ਦੇ ਅੰਦਰ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ। ਇੱਕ ਵਾਰੀ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ, ਘਰ ਪਹਿਲਾ ਤੇ ਤੁਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋਰਠ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਮਹੱਲਾ ਤੀਜਾ, ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ। ਘਰ ਪਹਿਲਾ ਸੰਗੀਤ ਦੇ ਨਿਯਮਾਂ ਅਨੁਸਾਰ ਪਹਿਲੇ ਘਰ ਸੁਰ ਤਾਲ ਦੇ ਅੰਦਰ ਇਹ ਪਾਵਨ ਪਵਿੱਤਰ ਸ਼ਬਦ ਸਤਿਗੁਰਾਂ ਨੇ ਉਚਾਰਨ ਕੀਤਾ ਹੈ। ਸਤਿਗੁਰਾਂ ਦੀ ਪਾਵਨ ਗੁਰਬਾਣੀ 17 ਘਰਾਂ ਤੱਕ ਗਾਇਨ ਕੀਤੀ ਗਈ ਹੈ। ਸੰਸਕ੍ਰਿਤ ਦੇ ਗ੍ਰੰਥਾਂ ਦੇ ਅੰਦਰ, ਸੰਗੀਤ ਦੇ ਗ੍ਰੰਥਾਂ ਦੇ ਅੰਦਰ 64 ਘਰ ਮੰਨੇ ਹੈ, ਜਿਨ੍ਹਾਂ ਦੇ ਵਿੱਚੋਂ 17 ਸ਼ੁੱਧ ਮੰਨੇ ਹੈ। ਅਤੇ 17 ਦੇ ਅੰਦਰ ਹੀ ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਉਚਾਰਨ ਕੀਤੀ ਹੈ ਰਾਗਾਂ ਅਨੁਸਾਰ। ਇੱਥੇ ਸਤਿਗੁਰੂ ਜੀ ਪਹਿਲੇ ਘਰ ਸੁਰ ਤਾਲ ਦੇ ਅੰਦਰ ਬਚਨ ਕਰਦੇ ਆ, ਤੇ ਤੁਕੀ 3-3 ਤੁਕਾਂ ਵਾਲਾ ਜਿਹੜੇ ਪਦ ਹਨ ਇਸ ਸ਼ਬਦ ਦੇ ਅੰਦਰ ਆਉਣਗੇ। ਅੱਗੇ ਸਤਿਗੁਰਾਂ ਨੇ ਮੰਗਲ ਕੀਤਾ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਕਿ ਪ੍ਰਮਾਤਮਾ ਇੱਕ ਹੈ। ਓੰਕਾਰ ਉਹ ਸਭ ਦਾ ਪ੍ਰਕਾਸ਼ਕ ਹੈ। ਜਿੰਨੀ ਇਹ ਸ੍ਰਿਸ਼ਟੀ ਹੈ, ਜਿੰਨੀ ਰਚਨਾ ਦਿਸ ਰਹੀ ਹੈ, ਸਭ ਦੀ ਕਿਰਿਆ ਜਿਹੜੀ ਹੋ ਰਹੀ ਹੈ, ਉਸ ਨੂੰ ਕਰਾਉਣ ਵਾਲਾ ਉਹ ਓੰਕਾਰ ਪਰਮੇਸ਼ਰ ਵਾਹਿਗੁਰੂ ਹੈ। ਸਤਿਗੁਰ ਪ੍ਰਸਾਦ, ਐਸੇ ਪਰਮੇਸ਼ਰ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਦੁਆਰਾ ਹੁੰਦੀ ਹੈ। ਜਦੋਂ ਕੋਈ ਗੁਰੂ ਦੀ ਕਿਰਪਾ ਪ੍ਰਾਪਤ ਕਰ ਲੈਂਦਾ, ਫਿਰ ਜੋ ਐਸਾ ਇੱਕ ਪਰਮੇਸ਼ਰ ਵਾਹਿਗੁਰੂ ਅਤੇ ਓੰਕਾਰ ਸਭ ਦੇ ਵਿੱਚ ਜਿਸ ਦੀ ਸੱਤਾ ਸ਼ਕਤੀ ਕੰਮ ਕਰ ਰਹੀ ਹੈ, ਉਹਦੀ ਜੀਵ ਨੂੰ ਪ੍ਰਾਪਤੀ ਹੁੰਦੀ ਹੈ। ਭਗਤਾਂ ਦੀ ਸਦਾ ਤੂੰ ਰੱਖਦਾ ਹਰਿ ਜੀਓ, ਧੁਰ ਤੂੰ ਰੱਖਦਾ ਆਇਆ। ਸਤਿਗੁਰੂ ਜੀ ਕਹਿੰਦੇ ਹਨ, ਹੇ ਹਰੀ ਪਰਮੇਸ਼ਰ ਜੀਓ, ਪਰਮਾਤਮਾ ਜੀਓ, ਜਿਹੜੇ ਤੇਰੇ ਭਗਤ ਹਨ ਉਹਨਾਂ ਦੀ ਸਦਾ ਹੀ ਤੂੰ ਰੱਖਦਾ ਹੈ। ਉਹਨਾਂ ਦੀ ਰੱਖਿਆ, ਉਹਨਾਂ ਦੀ ਇੱਜ਼ਤ ਆਬਰੂ ਸਦਾ ਪਰਮੇਸ਼ਰ ਵਾਹਿਗੁਰੂ ਤੂੰ ਕਰਦਾ ਹੈ। ਧੁਰ ਤੂੰ ਰੱਖਦਾ ਆਇਆ, ਅਤੇ ਧੁਰ ਆਦਿ ਕਾਲ ਤੋਂ ਹੀ, ਜਦੋਂ ਤੋਂ ਇਹ ਸ੍ਰਿਸ਼ਟੀ ਹੋਂਦ 'ਚ ਆ ਗਈ, ਜਦੋਂ ਤੋਂ ਭਗਤ ਹੋਂਦ 'ਚ ਆ ਗਏ, ਉਦੋਂ ਤੋਂ ਹੀ ਤੂੰ ਰੱਖਿਆ ਕਰਦਾ ਆ ਰਿਹਾ। ਪ੍ਰਹਿਲਾਦ ਜਨ ਤੁਧ ਰਾਖ ਲਏ ਹਰਿ ਜੀਓ, ਹਰਨਾਖ ਸਮਾਰ ਪਚਾਇਆ। ਸਤਿਗੁਰੂ ਜੀ ਉਦਾਹਰਣ ਦਿੰਦੇ ਹੈ ਕਿ ਜਿਵੇਂ ਭਗਤ ਪ੍ਰਹਿਲਾਦ ਜਨ ਹੋਇਆ ਪਰਮੇਸ਼ਰ ਵਾਹਿਗੁਰੂ ਦਾ, ਤੁਧ ਰਾਖ ਲਏ। ਹੇ ਪਰਮੇਸ਼ਰ ਵਾਹਿਗੁਰੂ, ਤੂੰ ਆਪਣੇ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ ਹੈ। ਹਰਨਾਖ ਸਮਾਰ ਪਚਾਇਆ, ਅਤੇ ਜਿਹੜਾ ਦੁਸ਼ਟ ਬਿਰਤੀ ਵਾਲਾ ਹਰਨਾਖਸ ਸੀ ਉਸ ਨੂੰ ਮਾਰ ਦਿੱਤਾ।
ਹਰਨਾਕਸ਼ ਭਗਤ ਪ੍ਰਹਿਲਾਦ ਦਾ ਪਿਤਾ ਸੀ, ਜਿਸ ਨੇ 12 ਵਰ ਕਹਿੰਦੇ ਪ੍ਰਾਪਤ ਕੀਤੇ ਹੋਏ ਸਨ ਅਤੇ ਆਪਣੇ ਆਪ ਨੂੰ ਅਮਰ ਅਵਿਨਾਸ਼ੀ ਸਮਝਦਾ ਸੀ ਕਿ ਮੈਂ ਮੌਤ 'ਤੇ ਫਤਿਹ ਪਾ ਲਈ ਹੈ, ਮੈਨੂੰ ਹੁਣ ਕੋਈ ਮਾਰ ਨਹੀਂ ਸਕਦਾ, ਅਤੇ ਜਿਹਨੂੰ ਕੋਈ ਮਾਰ ਨਹੀਂ ਸਕਦਾ ਉਹ ਤਾਂ ਰੱਬ ਹੁੰਦਾ, ਫਿਰ ਮੈਂ ਰੱਬ ਹਾਂ। ਇੱਦਾਂ ਹਰਨਾਕਸ਼ ਸੀ ਜਿਹੜਾ ਇਹਨੇ ਆਪਣਾ ਪ੍ਰਚਾਰ ਸ਼ੁਰੂ ਕੀਤਾ ਸੀ ਕਿ ਸਭ ਥਾਵਾਂ 'ਤੇ ਮੇਰਾ ਨਾਮ ਜਪਿਆ ਕਰੋ, ਕਿਉਂਕਿ ਰੱਬ ਮਰਦਾ ਨਹੀਂ ਹੁੰਦਾ ਅਤੇ ਮੈਂ ਵੀ ਨਹੀਂ ਮਰ ਸਕਦਾ, ਮੈਂ ਵੀ ਰੱਬ ਹਾਂ, ਇਸ ਕਰਕੇ ਮੈਨੂੰ ਪੂਜਿਆ ਕਰੋ। ਜਦੋਂ ਇਹਦੇ ਘਰ ਦੇ ਅੰਦਰ ਪੁੱਤਰ ਪੈਦਾ ਹੋਇਆ ਪ੍ਰਹਿਲਾਦ, ਉਹ ਰਾਮ ਦਾ ਨਾਮ ਜਪੇ। ਜਦੋਂ ਉਹ ਰਾਮ ਦਾ ਨਾਮ ਜਪਣ ਲੱਗ ਪਿਆ, ਫਿਰ ਇਸ ਨੇ ਕਿਹਾ ਵੀ ਇਹ ਤਾਂ ਘਰ ਦੇ ਅੰਦਰ ਹੀ ਉਲਟ ਕੰਮ ਚੱਲ ਪਿਆ। ਜੇ ਮੇਰਾ ਪੁੱਤਰ ਹੀ ਮੇਰੇ ਤੋਂ ਬਾਗੀ ਹੋ ਗਿਆ ਅਤੇ ਫਿਰ ਤਾਂ ਸੰਸਾਰ ਦੇ ਅੰਦਰ ਮੇਰੀ ਗੱਲ ਕਿਹਨੇ ਮੰਨਣੀ ਹੈ। ਫਿਰ ਇਹਨੇ ਭਗਤ ਪ੍ਰਹਿਲਾਦ ਨੂੰ ਖਤਮ ਕਰਨਾ ਚਾਹਿਆ। ਬੜੇ ਤਸੀਹੇ ਦਿੱਤੇ, ਬੜੇ ਯਤਨ ਕੀਤੇ, ਪਰ ਜਿੱਥੇ ਵੀ ਇਹ ਯਤਨ ਕਰਦਾ ਉੱਥੇ ਹੀ ਭਗਤ ਪ੍ਰਹਿਲਾਦ ਦੀ ਰੱਖਿਆ ਹੁੰਦੀ ਹੈ। ਅਤੇ ਅਖੀਰ ਨੂੰ ਫਿਰ ਉਹ ਪਰਮੇਸ਼ਰ ਵਾਹਿਗੁਰੂ ਨੇ ਨਰਸਿੰਘ ਰੂਪ ਧਾਰਨ ਕਰਕੇ, ਸਾਰੇ ਇਹਦੇ ਵਰ ਪੂਰੇ ਕਰਕੇ, ਇਸ ਨੂੰ ਨਹੁੰਆਂ ਦੇ ਨਾਲ ਆਪਣੇ ਪੱਟਾਂ 'ਤੇ ਰੱਖ ਕੇ ਪਾੜ ਕੇ ਇਸ ਨੂੰ ਇਹਦਾ ਅੰਤ ਕੀਤਾ। ਇਸ ਪ੍ਰਕਾਰ ਉਹ ਪਰਮੇਸ਼ਰ ਵਾਹਿਗੁਰੂ ਪ੍ਰਮਾਤਮਾ ਜੋ ਹੈ ਉਹ ਸਾਰੇ ਕਰਮ ਧਰਮ ਆਪਣੇ ਭਗਤਾਂ ਦੇ ਪ੍ਰੇਮ ਦੇ ਵਿੱਚ ਆ ਕੇ ਕਰ ਲੈਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਵਾਹਿਗੁਰੂ ਜਿਵੇਂ ਤੂੰ ਭਗਤ ਪ੍ਰਹਿਲਾਦ ਜੀ ਸਤਿਯੁਗ ਦੇ ਅੰਦਰ ਰੱਖਿਆ ਕੀਤੀ ਹੈ ਅਤੇ ਹਰਨਾਕਸ਼ ਦੁਸ਼ਟ ਸੀ ਜਿਹੜਾ, ਉਸ ਨੂੰ ਮਾਰ ਪਚਾਇਆ, ਖਤਮ ਕਰ ਦਿੱਤਾ ਹੈ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨਮੁਖ ਭਰਮ ਭੁਲਾਇਆ। ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰਮੁਖ ਹਨ ਉਹਨਾਂ ਨੂੰ ਤੇ ਪ੍ਰਤੀਤ ਭਰੋਸਾ ਹੈ ਹਰੀ ਪਰਮੇਸ਼ਰ ਵਾਹਿਗੁਰੂ ਤੇਰੇ 'ਤੇ। ਜਿਹੜੇ ਤੇ ਗੁਰੂ ਨੂੰ ਮੁਖੀ ਬਣਾ ਕੇ ਚੱਲਦੇ ਆ ਉਹਨਾਂ ਨੂੰ ਯਕੀਨ ਹੈ, ਉਹਨਾਂ ਨੂੰ ਪ੍ਰਮਾਤਮਾ 'ਤੇ ਭਰੋਸਾ, ਦ੍ਰਿੜਤਾ, ਵਿਸ਼ਵਾਸ ਹੈ ਕਿ ਤੂੰ ਰੱਖਿਆ ਕਰਦਾ ਹੈ। ਪਰ ਦੂਸਰੇ ਬੰਨੇ ਮਨਮੁਖ ਭਰਮ ਭੁਲਾਇਆ, ਜਿਹੜੇ ਮਨ ਦੇ ਮਗਰ ਚੱਲਣ ਵਾਲੇ ਆ ਉਹ ਭਰਮਾਂ ਦੇ ਵਿੱਚ ਪੈ ਕੇ ਭੁੱਲੇ ਹੋਏ, ਉਹ ਆਪਣੀ ਰੱਖਿਆ ਵਾਸਤੇ ਹੋਰ ਬੜੇ ਯਤਨ ਕਰ ਰਹੇ ਹੈ। ਕੋਈ ਇਹ ਮਾਇਕੀ ਪਦਾਰਥਾਂ ਨੂੰ ਆਪਣੀ ਰੱਖਿਆ ਸੁਰੱਖਿਆ ਬਲ ਸਮਝ ਰਿਹਾ, ਰਾਜੇ ਮਹਾਰਾਜੇ ਫੌਜਾਂ ਨੂੰ ਆਪਣੀ ਰੱਖਿਆ ਸਮਝ ਰਹੇ ਹੈ। ਇਸੇ ਪ੍ਰਕਾਰ ਕੋਈ ਮਾਲ ਧਨ ਨੂੰ ਆਪਣੀ ਰੱਖਿਆ ਸਮਝ ਰਿਹਾ ਵੀ ਇਹ ਰੱਖਿਆ ਕਰੇਗਾ, ਪਰ ਗੁਰਮੁਖਾਂ ਨੂੰ ਐਸੀ ਦ੍ਰਿੜਤਾ ਹੈ ਕਿ ਉਹ ਪਰਮੇਸ਼ਰ ਵਾਹਿਗੁਰੂ ਹੀ ਰੱਖਿਆ ਕਰਨ ਵਾਲਾ ਹੈ। ਜਦੋਂ ਉਹ ਰੱਖਿਆ ਕਰਦਾ ਹੈ ਫਿਰ ਕੋਈ ਵੀ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਨਮੁਖ ਐਸੇ ਭਰਮ ਦੇ ਵਿੱਚ ਪੈ ਕੇ ਭੁੱਲ ਗਏ ਹਨ। ਹਰ ਜੀ ਇਹ ਤੇਰੀ ਵਡਿਆਈ। ਸਤਿਗੁਰੂ ਜੀ ਕਹਿੰਦੇ ਹੈ ਹਰੀ ਪਰਮੇਸ਼ਰ ਵਾਹਿਗੁਰੂ, ਇਹ ਤੇਰੀ ਐਸੀ ਵਡਿਆਈ ਹੈ, ਤੇਰੀ ਐਸੀ ਸੋਭਾ ਹੈ ਕਿ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸਰਣਾਈ। ਕਿ ਪਰਮੇਸ਼ਰ ਵਾਹਿਗੁਰੂ ਆਪਣੇ ਭਗਤਾਂ ਦੀ ਪੈਜ ਇੱਜ਼ਤ ਜਿਹੜੀ ਹੈ, ਇੱਜ਼ਤ, ਆਬਰੂ, ਪੱਤ, ਰੱਖਿਆ, ਇਹ ਸਾਰੇ ਸ਼ਬਦ ਇਹਦੇ ਵਿੱਚ ਲੱਗ ਜਾਂਦੇ ਹੈ ਕਿ ਸਭ ਥਾਵਾਂ 'ਤੇ ਹੀ ਪਰਮੇਸ਼ਰ ਵਾਹਿਗੁਰੂ ਤੂੰ ਆਪਣੇ ਭਗਤਾਂ ਦੀ ਜਿਹੜੀ ਇੱਜ਼ਤ ਹੈ ਉਹਨੂੰ ਰੱਖਦਾ ਹੈ, ਕਿਉਂਕਿ ਭਗਤ ਤੇਰੀ ਸਰਣਾਈ। ਪਰਮੇਸ਼ਰ ਵਾਹਿਗੁਰੂ ਭਗਤ ਤੇਰੀ ਸ਼ਰਨ ਦੇ ਵਿੱਚ ਹੈ। ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਪਰਮੇਸ਼ਰ ਵਾਹਿਗੁਰੂ ਦੇ ਭਗਤਾਂ ਨੂੰ ਬਲ ਹੁੰਦਾ ਅਤੇ ਪ੍ਰਮਾਤਮਾ ਦਾ ਓਟ ਆਸਰਾ ਹੁੰਦਾ ਹੈ ਅਤੇ ਅਕਾਲ ਪੁਰਖ ਪਰਮੇਸ਼ਰ ਦਾ। ਇਸ ਕਰਕੇ ਪਰਮੇਸ਼ਰ ਵਾਹਿਗੁਰੂ ਤੂੰ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਪ੍ਰਹਿਲਾਦ ਜਨ ਤੁਧ ਰਾਖ ਲਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਵਾਹਿਗੁਰੂ ਇਹ ਤੇਰੀ ਵੱਡੀ ਵਡਿਆਈ ਹੈ, ਤੇਰੀ ਐਸੀ ਅਸਚਰਜਤਾ ਹੈ ਕਿ ਤੂੰ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ। ਰਹਾਉ ਭਗਤਾਂ ਨੂੰ ਜਮ ਜੋਹੇ ਨਾ ਸਾਕੈ, ਕਾਲ ਨਾ ਨੇੜੈ ਜਾਈ। ਸਤਿਗੁਰੂ ਜੀ ਕਹਿੰਦੇ ਹਨ ਭਗਤਾਂ ਨੂੰ ਜਿਹੜੇ ਜਮ ਮੌਤ ਦੇ ਫਰਿਸ਼ਤੇ ਹੈ,
ਜੋਹੇ ਨਾ ਸਕੈ, ਤਾੜ ਨਹੀਂ ਸਕਦੇ। ਜੋਹਣਾ ਹੁੰਦਾ ਕਿਸੇ ਨੂੰ ਕਹਿਰੀ ਨਿਗਾਹ ਦੇ ਨਾਲ ਵੇਖਣਾ, ਕਿਸੇ ਨੂੰ ਤਾੜ ਕੇ ਵੇਖਣਾ। ਜਿਹੜੇ ਜਮਦੂਤ ਹੈ ਪਰਮੇਸ਼ਰ ਵਾਹਿਗੁਰੂ ਤੇਰੇ ਭਗਤਾਂ ਵੱਲ ਇਹ ਮੈਲੀ ਨਿਗਾਹ ਦੇ ਨਾਲ, ਕਹਿਰੀ ਅੱਖ ਦੇ ਨਾਲ ਵੇਖ ਨਹੀਂ ਸਕਦੇ। ਕਾਲ ਨਾ ਨੇੜੇ ਜਾਈ, ਅਤੇ ਜਿਹੜੀ ਕਾਲ ਮੌਤ ਹੈ ਇਹ ਵੀ ਭਗਤਾਂ ਦੇ ਨੇੜੇ ਨਹੀਂ ਜਾਂਦਾ। ਮੌਤ ਜਿਹੜੀ ਹੈ ਉਹ ਵੀ ਭਗਤਾਂ ਤੋਂ ਡਰਦੀ ਹੈ, ਬਚਦੀ ਹੈ। ਕੇਵਲ ਰਾਮ ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਈ। ਕਹਿੰਦੇ ਇਹਦੇ ਵਿੱਚ ਕਾਰਨ ਕੀ ਹੈ ਕਿ ਉਹਨਾਂ ਨੇ ਕੇਵਲ ਨਿਰੋਲ ਜੋ ਰਮਿਆ ਹੋਇਆ ਰਾਮ ਪਰਮੇਸ਼ਰ ਵਾਹਿਗੁਰੂ ਹੈ ਉਹਦੇ ਨਾਮ ਨੂੰ ਮਨ ਦੇ ਵਿੱਚ ਵਸਾਇਆ ਹੋਇਆ। ਅਤੇ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਮਨ 'ਚ ਵਸਾ ਲਿਆ ਅਤੇ ਨਾਮ ਨੂੰ ਸੁਣ ਕੇ ਜਿਹੜੇ ਜਮਦੂਤ ਮੌਤ ਹੈ ਇਹ ਭੱਜ ਜਾਂਦੀ ਹੈ, ਇਹ ਡਰਦੇ ਹੈ। ਜਿੱਥੇ ਨਾਮ ਦਾ ਵਾਸਾ ਹੈ, ਜਿੱਥੇ ਗੁਰੂ ਕੀ ਪਾਵਨ ਬਾਣੀ ਦਾ ਵਾਸਾ ਹੈ, ਉੱਥੇ ਇਹ ਜਿਹੜੀਆਂ ਚੀਜ਼ਾਂ ਹਨ ਉਹ ਨਹੀਂ ਰਹਿੰਦੀਆਂ। ਨਾਮੇ ਹੀ ਮੁਕਤ ਪਾਈ, ਨਾਮ ਦੁਆਰਾ ਹੀ ਉਹਨਾਂ ਭਗਤਾਂ ਨੇ ਜਿਹੜੀ ਮੁਕਤੀ ਹੈ ਇਹ ਜਮਾਂ ਤੋਂ, ਮੌਤ ਤੋਂ, ਇਸੇ ਪ੍ਰਕਾਰ ਜੰਮਣ ਮਰਨ ਦੇ ਬੰਧਨਾਂ ਤੋਂ, ਇਹ ਸਭ ਕਾਸੇ ਤੋਂ ਉਹਨਾਂ ਨੇ ਮੁਕਤੀ ਜਿਹੜੀ ਪ੍ਰਾਪਤ ਕਰ ਲਈ ਨਾਮ ਦੁਆਰਾ। ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ, ਗੁਰ ਕੈ ਸਹਿਜ ਸੁਭਾਈ। ਸਤਿਗੁਰੂ ਜੀ ਕਹਿੰਦੇ ਰਿੱਧੀਆਂ ਸਿੱਧੀਆਂ ਸਭ ਜਿਹੜੀਆਂ ਹਨ ਭਗਤਾਂ ਦੇ ਚਰਨੀ ਲੱਗ ਜਾਂਦੀਆਂ। ਰਿੱਧ ਸਿੱਧ ਨਾਵੈ ਕੀ ਦਾਸੀ, ਜਿਨ੍ਹਾਂ ਦੇ ਕੋਲੇ ਪਰਮੇਸ਼ਰ ਦਾ ਨਾਮ ਹੈ ਹਿਰਦੇ ਦੇ ਅੰਦਰ, ਰਿੱਧੀਆਂ ਸਿੱਧੀਆਂ ਉਹਨਾਂ ਦੀਆਂ ਦਾਸੀਆਂ ਬਣ ਜਾਂਦੀਆਂ ਹਨ। ਜਿਵੇਂ ਇੱਕ ਸੰਸਾਰੀ ਉਦਾਹਰਨ ਹੈ ਕਿ ਇਹ ਰਿੱਧੀਆਂ ਸਿੱਧੀਆਂ ਪਰਛਾਵਾਂ ਬਣ ਕੇ ਤੁਰਦੀਆਂ। ਜਿਵੇਂ ਆਪਾਂ ਸੂਰਜ ਦੇ ਵੱਲ ਮੁੱਖ ਕਰਕੇ ਚੱਲੀਏ, ਫਿਰ ਜਿਹੜਾ ਸਾਡਾ ਪਰਛਾਵਾਂ ਹੈ ਉਹ ਪਿੱਛੇ ਪਿੱਛੇ ਰਹਿੰਦਾ ਹੈ। ਜੇ ਸੂਰਜ ਵੱਲ ਪਿੱਠ ਕਰ ਲਈਏ ਫਿਰ ਪਰਛਾਵਾਂ ਜਿਹੜਾ ਉਹ ਸਾਡੇ ਅੱਗੇ ਅੱਗੇ ਚੱਲਦਾ ਹੈ। ਇਸੇ ਪ੍ਰਕਾਰ ਹੀ ਹੈ ਪਰਮੇਸ਼ਰ ਦਾ ਨਾਮ ਐਸਾ ਹੈ ਸੂਰਜ ਦੀ ਨਿਆਈ, ਜਿਹੜਾ ਪਰਮਾਤਮਾ ਦੇ ਸਨਮੁਖ ਹੋ ਕੇ ਚੱਲਦਾ ਹੈ, ਰਿੱਧੀਆਂ ਸਿੱਧੀਆਂ ਉਹਦੇ ਪਿੱਛੇ ਪਰਛਾਵੇਂ ਵਾਂਗ ਆਉਂਦੀਆਂ। ਅਤੇ ਜਿਹੜਾ ਪਰਮੇਸ਼ਰ ਵੱਲੋਂ ਪਿੱਠ ਦੇ ਦਿੰਦਾ ਹੈ, ਪਰਮਾਤਮਾ ਦੇ ਨਾਮ ਵੱਲੋਂ ਮੁੜ ਜਾਂਦਾ, ਉਹਦੇ ਇਹ ਅੱਗੇ ਅੱਗੇ ਫਿਰਦੀ ਮਾਇਆ ਅਤੇ ਇਹ ਜੀਵ ਜਿਹੜਾ ਉਹਦੇ ਪਿੱਛੇ ਪਿੱਛੇ ਭੱਜਾ ਰਹਿੰਦਾ। ਹੱਥ ਹੀ ਨਹੀਂ ਆਉਂਦੀ, ਜਿਵੇਂ ਪਰਛਾਵਾਂ ਅੱਗੇ ਅੱਗੇ ਭੱਜੇ ਅਤੇ ਉਹਨੂੰ ਫੜ ਨਹੀਂ ਸਕੀਦਾ। ਜਿਹਨੂੰ ਆਪਾਂ ਕਹਿ ਦਿੰਦੇ ਹਾਂ ਨਾ ਕਿ ਅਜੋਕੇ ਸਮੇਂ ਦੇ ਅੰਦਰ ਪੈਸੇ ਦੀ ਦੌੜ ਲੱਗੀ ਹੈ, ਉਹ ਦੌੜ ਇਹੀ ਹੈ ਕਿ ਇਨਸਾਨ ਇਹਦੇ ਮਗਰ ਭੱਜਦਾ, ਇਹ ਹੱਥ ਨਹੀਂ ਆਉਂਦਾ ਅਤੇ ਸਾਰੀ ਜ਼ਿੰਦਗੀ ਭੱਜਾ ਰਹਿੰਦਾ ਮਗਰ ਇਹਦੇ। ਪਰ ਸਤਿਗੁਰੂ ਜੀ ਕਹਿੰਦੇ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਜੀਵਨ 'ਚ ਧਾਰਨ ਕਰ ਲੈਂਦੇ ਆ, ਉਹਨਾਂ ਦੇ ਅੰਦਰ ਸੰਤੋਖ ਆ ਜਾਂਦਾ। ਜਦੋਂ ਸੰਤੋਖ ਆ ਜਾਏ ਫਿਰ ਆਸਾ ਅਤੇ ਤ੍ਰਿਸ਼ਨਾ ਨਾਸ ਹੋ ਜਾਂਦੀ ਹੈ। ਫਿਰ ਇਹ ਸਤਿਗੁਰੂ ਜੀ ਕਹਿੰਦੇ ਰਿੱਧੀਆਂ ਸਿੱਧੀਆਂ ਜਿੰਨੀਆਂ ਵੀ ਹਨ ਇਹ ਉਹਨਾਂ ਭਗਤਾਂ ਦੇ ਚਰਨੀ ਲੱਗ ਜਾਂਦੀਆਂ। ਗੁਰ ਕੈ ਸਹਿਜ ਸੁਭਾਈ, ਅਤੇ ਉਹ ਗੁਰੂ ਦੇ ਨਾਮ ਦੁਆਰਾ ਸਹਿਜ ਸ਼ਾਂਤੀ ਦੇ ਵਿੱਚ ਸੁਭਾਈ ਸ੍ਰੇਸ਼ਟ ਭਾਵਨਾ ਦੇ ਸਹਿਤ ਹੋ ਕੇ ਟਿਕ ਜਾਂਦੇ ਹਨ। ਮਨ ਮੁਖਾਂ ਨੂੰ ਪ੍ਰਤੀਤ ਨ ਆਵੀ, ਅੰਤਰ ਲੋਭ ਸੁਆਓ। ਸਤਿਗੁਰੂ ਜੀ ਕਹਿੰਦੇ ਜਿਹੜੇ ਮਨਮੁਖ ਜੀਵ ਹਨ ਉਹਨਾਂ ਨੂੰ ਪ੍ਰਤੀਤ ਭਰੋਸਾ ਨਹੀਂ ਆਉਂਦਾ। ਉਹਨਾਂ ਦੇ ਆਪਣੇ ਮਨ ਦੇ ਅੰਦਰ ਗੁਰੂ 'ਤੇ ਸ਼ਰਧਾ ਵਿਸ਼ਵਾਸ ਯਕੀਨ ਨਹੀਂ ਆਉਂਦਾ ਕਿ ਗੁਰੂ ਸਾਡੀ ਰੱਖਿਆ ਕਰੇਗਾ, ਗੁਰੂ ਸਾਨੂੰ ਸਾਰੀਆਂ ਦਾਤਾਂ ਦੇਵੇਗਾ। ਇਸ ਗੱਲ 'ਤੇ ਉਹਨਾਂ ਦੀ ਨਿਸ਼ਚਾ ਨਹੀਂ ਆਉਂਦੀ। ਅੰਤਰ ਲੋਭ ਸੁਭਾਓ, ਕਿਉਂਕਿ ਅੰਦਰ ਜਿਹੜਾ ਲੋਭ ਹੈ ਉਹਦਾ ਸੁਭਾਓ ਕਹੀਏ ਸਵਾਰਥ ਜੁੜਿਆ ਹੋਇਆ, ਲੋਭੀ ਬਿਰਤੀ ਹੈ ਅਤੇ ਆਪਣਾ ਨਿੱਜ ਵਿੱਚ ਜੁੜਿਆ ਹੋਇਆ, ਸਵਾਰਥ ਜੁੜਿਆ ਹੋਇਆ, ਜਿਸ ਕਰਕੇ ਉਹਨਾਂ ਨੂੰ ਪ੍ਰਤੀਤ ਭਰੋਸਾ ਨਹੀਂ ਆਉਂਦਾ। ਗੁਰਮੁਖ ਹਿਰਦੈ ਸ਼ਬਦ ਨ ਭੇਦਿਓ, ਹਰ ਨਾਮ ਨ ਲਾਗਾ ਭਾਓ। ਸਤਿਗੁਰੂ ਜੀ ਕਹਿੰਦੇ ਮੁਖੀ ਗੁਰੂ ਦੁਆਰਾ ਜਿਨ੍ਹਾਂ ਦਾ ਹਿਰਦਾ ਪਰਮੇਸ਼ਰ ਦੇ ਸ਼ਬਦ ਦੇ ਵਿੱਚ ਨਹੀਂ ਵਿੰਨ੍ਹਿਆ ਗਿਆ, ਜਿਨ੍ਹਾਂ ਨੇ ਆਪਣੇ ਹਿਰਦੇ ਨੂੰ ਪਰਮਾਤਮਾ ਦੇ ਨਾਮ ਦੁਆਰਾ ਗੁਰੂ ਦੇ ਸ਼ਬਦ ਦੁਆਰਾ ਨਹੀਂ ਵਿੰਨ੍ਹਿਆ, ਹਰ ਨਾਮ ਨਾ ਲਾਗਾ ਭਾਉ, ਉਹਨਾਂ ਦੇ ਅੰਦਰ ਹਰੀ ਪਰਮੇਸ਼ਰ ਦੇ ਨਾਮ ਦਾ ਭਾਉ ਪ੍ਰੇਮ ਕਹੀਏ ਨਹੀਂ ਲੱਗਦਾ। ਕਿਉਂਕਿ ਜਦੋਂ ਗੁਰੂ ਕੀ ਪਾਵਨ ਬਾਣੀ ਦੇ ਸ਼ਬਦ ਆਪਾਂ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ, ਇਹਨਾਂ ਦਾ ਪ੍ਰਭਾਵ ਫਿਰ ਸਾਡੇ ਮਨ 'ਤੇ ਪੈਂਦਾ। ਫਿਰ ਸਾਡੇ ਮਨ ਦੇ ਵਿੱਚੋਂ ਨਾਮ ਪ੍ਰਤੀ ਭਗਤੀ ਪ੍ਰਤੀ ਇੱਕ ਪ੍ਰੇਮ ਪੈਦਾ ਹੁੰਦਾ।
ਉਹ ਪ੍ਰੇਮ ਦੇ ਵਿੱਚੋਂ ਫਿਰ ਇਨਸਾਨ ਭਗਤੀ 'ਤੇ ਲੱਗਦਾ, ਭਗਤੀ ਕਰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹੈ ਕਿ ਜਿਨ੍ਹਾਂ ਦਾ ਗੁਰੂ ਮੁਖੀ ਜੋ ਹੈ ਉਹਦੇ ਸ਼ਬਦ ਕਰਕੇ ਜਿਨ੍ਹਾਂ ਦਾ ਮਨ ਨਹੀਂ ਵਿੰਨਿਆ ਗਿਆ, ਅਤੇ ਉਹਨਾਂ ਚਿਰ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਨਾਮ ਦੇ ਪ੍ਰਤੀ ਪ੍ਰੇਮ ਹੈ ਇਹ ਨਹੀਂ ਲੱਗਦਾ। ਕੂੜ ਕਪਟ ਪਾਜ ਲਹਿ ਜਾਸੀ, ਮਨ ਮੁਖ ਫੀਕਾ ਅਲਾਓ। ਸਤਿਗੁਰੂ ਜੀ ਕਹਿੰਦੇ ਕੂੜ ਝੂਠ ਜਿਹੜਾ, ਕਪਟ ਛਲ ਹੈ ਜਿਹੜਾ, ਇਸੇ ਪ੍ਰਕਾਰ ਇਹ ਸਾਰਾ ਪਾਜ ਪਖੰਡ ਜਿਹੜਾ ਲਹਿ ਜਾਸੀ ਇਹ ਲਹਿ ਜਾਂਦਾ ਹੈ। ਮਨਮੁਖ ਫੀਕਾ ਅਲਾਓ, ਅਤੇ ਮਨਮੁਖ ਬੰਦੇ ਦੀਆਂ ਜਿੰਨੀਆਂ ਗੱਲਾਂ ਹਨ ਉਹ ਸਾਰੀਆਂ ਫਿੱਕੀਆਂ ਹੋ ਜਾਂਦੀਆਂ। ਉਹ ਜੋ ਕੁਝ ਆਪਣੀ ਰਸਨਾ ਤੋਂ ਬੋਲਦਾ ਉਹ ਝੂਠ ਕਪਟ ਛਲ ਪਖੰਡ ਇਹ ਸਾਰਾ ਹੀ ਇੱਕ ਦਿਨ ਲਹਿ ਜਾਂਦਾ ਹੈ। ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਹੂ ਤੂੰ ਜਾਤਾ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਭਗਤਾਂ ਦੇ ਵਿੱਚ ਤੂੰ ਆਪ ਵਰਤਦਾ ਹੈ, ਅਤੇ ਭਗਤੀ ਹੂ ਤੂੰ ਜਾਤਾ, ਤੇਰੀ ਭਗਤੀ ਦੁਆਰਾ ਹੀ ਤੈਨੂੰ ਜਾਤਾ ਕਹੀਏ ਜਾਣਿਆ ਜਾਂਦਾ। ਕਿਉਂਕਿ ਪਰਮੇਸ਼ਰ ਦੀ ਭਗਤੀ ਹੀ ਇੱਕ ਐਸਾ ਸਾਧਨ ਹੈ ਜਿਹਦੇ ਦੁਆਰਾ ਆਪਾਂ ਉਸ ਪਰਮੇਸ਼ਰ ਨੂੰ ਆਪਣੇ ਹਿਰਦੇ ਦੇ ਅੰਦਰ ਹੀ ਜਾਣ ਸਕਦੇ ਹਾਂ, ਪ੍ਰਗਟ ਕਰ ਸਕਦੇ ਹਾਂ। ਇਸੇ ਕਰਕੇ ਭਗਤਾਂ ਨੂੰ ਭਗਤ ਇਸੇ ਕਰਕੇ ਹੀ ਆਖਿਆ ਜਾਂਦਾ ਕਿ ਉਹ ਭਗਤੀ ਕਰਦੇ ਆ, ਅਤੇ ਭਗਤੀ ਕਰ ਕਰਕੇ ਹੀ ਉਹ ਪਰਮੇਸ਼ਰ ਨੂੰ ਜਾਣ ਲੈਂਦੇ ਹੈ, ਆਪਣੇ ਅੰਤਰ-ਆਤਮੇ ਦੇ ਵਿੱਚ ਪ੍ਰਗਟ ਕਰ ਲੈਂਦੇ ਹੈ। ਅਤੇ ਤੂੰ ਆਪਣੇ ਭਗਤਾਂ ਦੇ ਹਿਰਦੇ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਆਪ ਹੀ ਵਰਤਦਾ ਹੈ, ਵਸਦਾ ਹੈ। ਮਾਇਆ ਮੋਹ ਸਭ ਲੋਕ ਹੈ ਤੇਰੀ, ਤੂੰ ਏਕੋ ਪੁਰਖ ਵਿਧਾਤਾ। ਸਤਿਗੁਰੂ ਜੀ ਕਹਿੰਦੇ ਹਨ, ਹੇ ਪ੍ਰਭੂ ਪਰਮੇਸ਼ਰ ਵਾਹਿਗੁਰੂ, ਮਾਇਆ ਮੋਹ ਲੋਕ ਸਭ ਤੇਰੀ। ਜਿੰਨੇ ਇਹ ਲੋਕ ਜੀਵ ਹਨ ਅਤੇ ਜਿੰਨੀ ਇਹ ਤੇਰੀ ਮਾਇਆ ਹੈ, ਜਿੰਨਾ ਮਾਇਆ ਦਾ ਮੋਹ ਹੈ, ਇਹ ਤੇਰਾ ਹੀ ਪਰਮੇਸ਼ਰ ਵਾਹਿਗੁਰੂ ਬਣਾਇਆ ਹੋਇਆ। ਤੂੰ ਇੱਕੋ ਪੁਰਖ ਵਿਧਾਤਾ, ਅਤੇ ਤੂੰ ਇੱਕੋ ਪਰਮੇਸ਼ਰ ਵਾਹਿਗੁਰੂ ਪੁਰਖ ਵਿਆਪਕ ਸਰੂਪ ਵਿਧਾਤਾ, ਕਰਮਾਂ ਦੇ ਫਲ ਨੂੰ ਦੇਣ ਵਾਲਾ ਹੈ। ਜਿੱਦਾਂ ਜਿੱਦਾਂ ਦੇ ਜੀਵ ਦੇ ਕਰਮ ਬਣਦੇ ਜਾਂਦੇ ਆ, ਜੀਵ ਕਰਦਾ ਜਾਂਦਾ, ਉਹਦੇ ਫਲ ਨੂੰ ਪਰਮੇਸ਼ਰ ਵਾਹਿਗੁਰੂ ਤੂੰ ਦੇਣ ਵਾਲਾ ਹੈ। ਹਉਮੈ ਮਾਰ ਮਨਸਾ ਮਨ ਹੈ ਸਮਾਣੀ, ਗੁਰ ਕੈ ਸ਼ਬਦ ਪਛਾਤਾ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ ਆਪਣੇ ਅੰਦਰੋਂ ਹਉਮੈ ਹੰਕਾਰ ਜਿਹੜਾ ਇਸ ਨੂੰ ਮਾਰ ਦਿੱਤਾ, ਫਿਰ ਮਨਸਾ ਜਿਹੜੀ ਹੈ ਵਾਸ਼ਨਾਵਾਂ ਉਹ ਮਨ ਦੇ ਅੰਦਰ ਹੀ ਸਮਾ ਦਿੱਤੀਆਂ, ਖਤਮ ਕਰ ਦਿੱਤੀਆਂ, ਉਹਨਾਂ ਨੇ ਤੈਨੂੰ ਪਰਮੇਸ਼ਰ ਵਾਹਿਗੁਰੂ ਪਛਾਤਾ ਕਹੀਏ ਪਛਾਣ ਲਿਆ। ਉਹਨਾਂ ਨੇ ਤੇਰੀ ਪਛਾਣ ਕਰ ਲਈ ਹੈ। ਜਿਨ੍ਹਾਂ ਦੇ ਅੰਦਰੋਂ ਹਉਮੈ ਮਰ ਗਈ, ਹੰਕਾਰ ਮਰ ਗਿਆ, ਅਤੇ ਜਿੰਨੀਆਂ ਵਾਸ਼ਨਾਵਾਂ ਹਨ ਉਹਨਾਂ ਦਾ ਅੰਤ ਹੋ ਗਿਆ, ਵਾਸ਼ਨਾ ਖਤਮ ਹੋ ਗਈ, ਅਤੇ ਪਰਮੇਸ਼ਰ ਵਾਹਿਗੁਰੂ ਤੈਨੂੰ ਉਹਨਾਂ ਨੇ ਪਛਾਣ ਲਿਆ। ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ, ਜਿਨ ਹਰਿ ਕਾ ਨਾਮ ਪਿਆਰਾ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਫਿਰ ਤੂੰ ਉਹਨਾਂ ਭਗਤਾਂ ਦੇ ਅਚਿੰਤ ਕੰਮ, ਬੇਅੰਤ ਕੰਮ, ਸੁਤੇ ਸਿੱਧੀ ਜਿੰਨੇ ਕੰਮ ਹੈ ਤੂੰ ਆਪਣੇ ਭਗਤਾਂ ਦੇ ਕਰਦਾ ਹੈ। ਜਿਨ ਹਰਿ ਕਾ ਨਾਮ ਪਿਆਰਾ, ਜਿਨ੍ਹਾਂ ਨੂੰ ਹਰੀ ਪਰਮੇਸ਼ਰ ਤੇਰਾ ਨਾਮ ਪਿਆਰਾ ਹੈ। ਭਗਤਾਂ ਕੇ ਕਾਰਜ ਜਿੰਨੇ ਵੀ ਹਨ ਉਹਨਾਂ ਨੂੰ ਤੂੰ ਕਰਦਾ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਕਿੰਨੇ ਭਗਤਾਂ ਦਾ ਜੀਵਨ ਆਉਂਦਾ ਹੈ। ਭਗਤ ਕਬੀਰ ਸਾਹਿਬ ਜੀ ਦਾ ਜੱਗ ਸੰਪੂਰਨ ਕਰਨ ਦੀ ਕਥਾ ਆਉਂਦੀ ਹੈ। ਇਸੇ ਪ੍ਰਕਾਰ ਹੀ ਭਗਤ ਧੰਨਾ ਜੀ ਦਾ ਕਿੱਡਾ ਪ੍ਰਸਿੱਧ ਜ਼ਿਕਰ ਆਉਂਦਾ ਹੈ ਕਿ ਸਾਰੇ ਕੰਮ ਪਰਮੇਸ਼ਰ ਨੇ ਕੀਤੇ ਉਹਨਾਂ ਦੇ, ਅਚਿੰਤ ਕੰਮ, ਸੁਤੇ ਸਿੱਧੀ ਪਰਮੇਸ਼ਰ ਵਾਹਿਗੁਰੂ ਤੂੰ ਉਹਨਾਂ ਦੇ ਸਾਰੇ ਕਾਰਜ ਕਰ ਦਿੰਦਾ ਲੋਕ ਪਰਲੋਕ ਦੇ, ਜਿਨ੍ਹਾਂ ਨੂੰ ਹਰੀ ਪਰਮੇਸ਼ਰ ਤੇਰਾ ਨਾਮ ਪਿਆਰਾ ਲੱਗਦਾ ਹੈ। ਗੁਰ ਪ੍ਰਸਾਦ ਸਦਾ ਮਨ ਵਸਿਆ, ਸਭ ਕਾਜ ਸਵਾਰਨ ਹਾਰਾ। ਪਰਮੇਸ਼ਰ ਵਾਹਿਗੁਰੂ ਜੀ ਗੁਰੂ ਦੀ ਕਿਰਪਾ ਦੁਆਰਾ ਜਿਨ੍ਹਾਂ ਦੇ ਸਦਾ ਹੀ ਤੂੰ ਮਨ ਦੇ ਵਿੱਚ ਵਸਿਆ ਹੋਇਆ, ਉਹਨਾਂ ਦੇ ਸਾਰੇ ਕਾਰਜ ਤੂੰ ਸਵਾਰਨ ਵਾਲਾ ਹੈ। ਸਭ ਕਾਰਜ ਉਹਨਾਂ ਦੇ ਸਿੱਧ ਕਰ ਦਿੰਦਾ, ਜਿਨ੍ਹਾਂ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਮਨ ਦੇ ਅੰਦਰ ਤੂੰ ਵਸਿਆ ਹੈ। ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਬਚਨ ਆਉਂਦੇ ਹਨ, ਕੀਤਾ ਲੋੜੀਐ ਕੰਮ ਸੋ ਹਰਿ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ, ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ।
ਆਪਣੇ ਦਾਸਾਂ ਭਗਤਾਂ ਦੇ ਕਾਰਜ ਵੀ ਪਰਮੇਸ਼ਰ ਵਾਹਿਗੁਰੂ ਤੂੰ ਕਰ ਦਿੰਦਾ ਅਤੇ ਉਹਨਾਂ ਦੀ ਰੱਖਿਆ ਵੀ ਤੂੰ ਕਰ ਦਿੰਦਾ। ਸਭ ਥਾਵਾਂ 'ਤੇ ਉਹਨਾਂ ਦਾ ਸਹਾਈ ਬਣਦਾ ਹੈ। ਉਹਨਾਂ ਕੀ ਰੀਸ ਕਰੇ ਸੋ ਵਿਗੁਚੈ, ਜਿਨ ਹਰਿ ਪ੍ਰਭ ਹੈ ਰਖਵਾਰਾ। ਸਤਿਗੁਰੂ ਜੀ ਕਹਿੰਦੇ ਜੇ ਕੋਈ ਉਹਨਾਂ ਦੀ ਰੀਸ ਕਰਨੀ ਚਾਹੇ ਸੋ ਵਿਗੁਚੈ, ਉਹ ਖਰਾਬ ਹੁੰਦਾ ਜੀਵਨ ਦੇ ਅੰਦਰ। ਹਰਿ ਕੈ ਜਿਨ ਹਰਿ ਪ੍ਰਭ ਹੈ ਰਖਵਾਰਾ, ਕਿਉਂਕਿ ਉਹਨਾਂ ਦੀ ਰੱਖਿਆ ਕਰਨ ਵਾਲਾ ਉਹ ਪਰਮੇਸ਼ਰ ਵਾਹਿਗੁਰੂ ਆਪ ਬਣ ਜਾਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹੈ ਭਗਤਾਂ ਦੀ ਕੋਈ ਰੀਸ ਨਹੀਂ ਕਰ ਸਕਦਾ। ਉਹਨਾਂ ਦੀ ਸੰਗਤ ਕਰਕੇ, ਉਹਨਾਂ ਦਾ ਉਪਦੇਸ਼ ਲੈ ਕੇ, ਕਮਾ ਕੇ ਆਪਣਾ ਜੀਵਨ ਸਫਲ ਕਰ ਸਕਦਾ। ਰੀਸ ਹੁੰਦੀ ਹੈ ਕੇਵਲ ਦਿਖਾਵਾ, ਵੀ ਫਲਾਣੇ ਨੇ ਜਿਵੇਂ ਕਰੀ ਜਾਣਾ ਉਹਦੇ ਵੱਲ ਵੇਖ ਵੇਖ ਕੇ ਕਰੀ ਜਾਣਾ, ਅਤੇ ਉਹ ਅਸਲੀ ਗੱਲ ਨੂੰ ਨਾ ਸਮਝਣਾ, ਕੇਵਲ ਬਾਹਰੀ ਲਿਬਾਸ ਦੇ ਅੰਦਰ ਧਾਰਨ ਕਰ ਲੈਣਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਜੇ ਕੋਈ ਉਹਨਾਂ ਭਗਤਾਂ ਦੀ ਰੀਸ ਕਰਨੀ ਚਾਹੇ ਸੋ ਵਿਗੁਚੈ, ਉਹ ਖਰਾਬ ਹੁੰਦਾ ਹੈ। ਜਿਨ ਹਰਿ ਪ੍ਰਭ ਹੈ ਰਖਵਾਰਾ, ਕਿਉਂਕਿ ਉਹਨਾਂ ਦੀ ਰੱਖਿਆ ਕਰਨ ਵਾਲਾ ਉਹ ਪ੍ਰਭੂ ਪਰਮੇਸ਼ਰ ਵਾਹਿਗੁਰੂ ਹੁੰਦਾ ਹੈ। ਬਿਨ ਸਤਿਗੁਰ ਸੇਵੇ ਕਿਨੈ ਨ ਪਾਇਆ, ਮਨ ਮੁਖ ਭੌਕ ਮੋਏ ਬਿਲ ਲਾਈ। ਸਤਿਗੁਰੂ ਜੀ ਕਹਿੰਦੇ ਸਤਿਗੁਰੂ ਦੀ ਸੇਵਾ ਕੀਤੇ ਤੋਂ ਬਿਨਾਂ ਕਿਨੈ ਨਾ ਪਾਇਆ, ਕਿਸੇ ਨੇ ਵੀ ਉਹ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਕੀਤੀ। ਗੁਰੂ ਦੀ ਸੇਵਾ ਕਰਕੇ ਗੁਰੂ ਪ੍ਰਸੰਨ ਹੋ ਜਾਂਦਾ, ਅਤੇ ਗੁਰੂ ਦੀ ਪ੍ਰਸੰਨਤਾ ਜਿਹੜੀ ਹੈ ਉਹ ਫਿਰ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਕਰਾਉਂਦੀ ਹੈ। ਇਸ ਕਰਕੇ ਜਿਨ੍ਹਾਂ ਨੇ ਜਿਵੇਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਤਿਗੁਰਾਂ ਦੀ ਸੇਵਾ ਕੀਤੀ, ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ 12 ਸਾਲ ਲਗਾਤਾਰ ਕਿੱਡੀ ਵਡੇਰੀ ਉਮਰ ਦੇ ਅੰਦਰ, 72 ਸਾਲ ਦੀ ਉਮਰ ਦੇ ਅੰਦਰ ਐਸੀ ਸੇਵਾ ਕੀਤੀ ਗਾਗਰ ਢੋਣ ਦੀ, ਕਿ ਹਰ ਰੋਜ਼ ਅੰਮ੍ਰਿਤ ਵੇਲੇ ਬਿਆਸਾ ਦਰਿਆ ਤੋਂ ਗਾਗਰ ਭਰ ਕੇ ਲਿਆਉਣੀ, ਸਤਿਗੁਰਾਂ ਦਾ ਇਸ਼ਨਾਨ ਕਰਾਉਣਾ, ਅਤੇ 12 ਸਾਲ ਲਗਾਤਾਰ ਬਿਨਾਂ ਨਾਗੇ ਤੋਂ ਸੇਵਾ ਕੀਤੀ, ਅਤੇ ਕਿੱਡੀ ਉੱਚੀ ਪਦਵੀ ਨੂੰ ਪ੍ਰਾਪਤ ਕੀਤਾ। ਸੇਵਾ ਦੇ ਵਿੱਚੋਂ ਹੀ ਐਸੀ ਮਹਾਨ ਜਿਹੜੀ ਗੁਰਤਾ ਗੱਦੀ ਦੀ ਵਡਿਆਈ ਸੀ ਉਹਨੂੰ ਪ੍ਰਾਪਤ ਕਰ ਲਿਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ, ਕਿ ਸਤਿਗੁਰੂ ਦੀ ਸੇਵਾ ਕੀਤੇ ਤੋਂ ਬਿਨਾਂ ਕਿਸੇ ਨੇ ਵੀ ਉਹ ਪ੍ਰਭੂ ਪਰਮੇਸ਼ਰ ਦਾ ਗਿਆਨ, ਉਹਦੀ ਸਮਝ ਨਹੀਂ ਪ੍ਰਾਪਤ ਕੀਤੀ। ਮਨਮੁਖ ਭੌਕ ਮੋਏ ਬਿਲ ਲਾਈ, ਮਨਮੁਖ ਜੀਵ ਜਿਹੜੇ ਹਨ ਉਹ ਆਪਣੇ ਮਨ ਦੇ ਵਲਵਲੇ, ਆਪਣੀਆਂ ਬੁੱਧੀ ਦੀਆਂ ਚਤਰਾਈਆਂ ਕਹਿ ਕਹਿ ਕੇ, ਅਤੇ ਉਹ ਵਿਅਰਥੀ ਬੋਲ ਬੋਲ ਕੇ ਜਿਹੜੇ ਹੈ ਉਹ ਖਰਾਬ ਹੋ ਜਾਂਦੇ ਹਨ। ਆਵਹਿ ਜਾਵਹਿ ਠੌਰ ਨ ਪਾਵਹਿ, ਦੁੱਖ ਮਹਿ ਦੁੱਖ ਸਮਾਈ। ਸਤਿਗੁਰੂ ਜੀ ਕਹਿੰਦੇ ਉਹ ਤੇ ਆਵਹਿ ਜਾਵਹਿ, ਆਉਂਦੇ ਜਾਂਦੇ ਰਹਿੰਦੇ ਹੈ। ਜਨਮ ਧਾਰਨ ਕਰਕੇ ਆਉਣਾ ਅਤੇ ਮਰ ਕੇ ਚਲੇ ਜਾਣਾ। ਠੌਰ ਨਾ ਪਾਵਹਿ, ਜਿਹੜਾ ਅਸਲੀ ਟਿਕਾਣਾ ਹੈ, ਸਥਿਤੀ ਜਿੱਥੇ ਮਿਲਣੀ ਹੈ, ਟਿਕਾ ਜਿੱਥੇ ਮਿਲਣਾ, ਉਹਦੀ ਪ੍ਰਾਪਤੀ ਨਹੀਂ ਹੁੰਦੀ। ਦੀਨ ਦਿਆਲ ਕੀ ਠੌਰ ਜਹਾਂ, ਤਿਹ ਠੌਰ ਵਿਖੈ ਤੁਹੇ ਠੌਰ ਨਾ ਪੈ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਹਨ ਕਿ ਐਸੇ ਜੀਵਾਂ ਨੂੰ ਜੋ ਦੀਨਾਂ 'ਤੇ ਦਿਆਲਤਾ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਹੈ, ਉਹਦਾ ਜਿੱਥੇ ਟਿਕਾਣਾ ਹੈ, ਉਹਦੀ ਜਿਹੜੀ ਦਰਗਾਹ ਹੈ, ਉੱਥੇ ਉਹਨਾਂ ਨੂੰ ਟਿਕਾ ਨਹੀਂ ਮਿਲਦਾ, ਉੱਥੇ ਜਗ੍ਹਾ ਨਹੀਂ ਮਿਲਦੀ। ਦੁੱਖ ਮਹਿ ਦੁੱਖ ਸਮਾਈ, ਉਹ ਦੁੱਖ ਦੇ ਵਿੱਚ, ਦੁੱਖ ਕੀ ਹੈ? ਜੰਮਣ ਅਤੇ ਮਰਨ। ਇਸ ਦੁੱਖ ਦੇ ਵਿੱਚ ਫਿਰ ਇਹ ਜਿਹੜਾ ਜੀਵਨ ਦਾ ਦੁੱਖ ਹੈ ਇਹ ਵੀ ਭੋਗਦੇ ਹੋਏ ਇਸੇ 'ਚ ਹੀ ਸਮਾਏ ਰਹਿੰਦੇ ਹਨ। ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ, ਸਹਿਜੇ ਸਾਚ ਸਮਾਈ। ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰਮੁਖ ਹੁੰਦੇ ਹੈ ਉਹ ਅੰਮ੍ਰਿਤ ਪੀਵੈ, ਉਹ ਨਾਮ ਦੇ ਅੰਮ੍ਰਿਤ ਨੂੰ ਪੀਂਦੇ ਹੈ, ਗ੍ਰਹਿਣ ਕਰਦੇ ਹੈ। ਸਹਿਜੇ ਸਾਚ ਸਮਾਈ, ਅਤੇ ਉਹ ਨਾਮ ਨੂੰ ਜਪਦੇ ਹੋਏ, ਅੰਮ੍ਰਿਤ ਨਾਮ ਨੂੰ ਪੀਂਦੇ ਹੋਏ ਸਹਿਜ ਸ਼ਾਂਤੀ ਦੇ ਸਹਿਤ ਹੋ ਕੇ ਸੱਚ ਸਰੂਪ ਦੇ ਵਿੱਚ, ਪਰਮਾਤਮਾ ਦੇ ਵਿੱਚ ਸਮਾ ਜਾਂਦੇ ਹੈ, ਮਿਲ ਜਾਂਦੇ ਹਨ। ਬਿਨ ਸਤਿਗੁਰ ਸੇਵੇ ਜਨਮ ਨ ਛੋਡੈ, ਜੇ ਅਨੇਕ ਕਰਮ ਕਰੈ ਅਧਿਕਾਈ। ਸਤਿਗੁਰੂ ਜੀ ਕਹਿੰਦੇ ਸਤਿਗੁਰੂ ਦੀ ਸੇਵਾ ਕੀਤੇ ਤੋਂ ਬਿਨਾਂ ਜਨਮ ਨਾ ਛੋਡੈ। ਇਹ ਜਨਮ ਜਿਹੜਾ ਅਤੇ ਮਰਨ ਜਿਹੜਾ ਇਹ ਛੁੱਟਦਾ ਨਹੀਂ ਹੈ। ਅਨੇਕ ਕਰਮ ਕਰੈ ਅਧਿਕਾਈ, ਜੇ ਕੋਈ ਅਨੇਕਾਂ ਕਰਮ ਕਰੀ ਜਾਏ, ਕੋਈ ਵੀ ਕਰਮ ਆਪਣੇ ਜੀਵਨ ਦੇ ਅੰਦਰ ਕਰਦਾ ਰਹੇ, ਕੋਈ ਵੀ ਵਹਿਮ ਭਰਮ ਜਿਹੜੇ ਉਹਨਾਂ 'ਚ ਚਾਹੇ ਲੱਖ ਕਰ ਲਵੇ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਜੀਵਨ ਦੇ ਅੰਦਰ
ਤਕਰੀਬਨ ਬਹੁਤ ਲੰਮਾ ਸਮਾਂ ਸਤਿਗੁਰੂ ਜੀ ਤੀਰਥ ਸਥਾਨਾਂ 'ਤੇ ਜਾਂਦੇ ਰਹੇ, ਦਰਸ਼ਨ ਦਿਦਾਰੇ ਕਰਨ ਜਾਂਦੇ ਰਹੇ, ਬੜੇ ਕਰਮ ਕਰਦੇ ਰਹੇ। ਫਿਰ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਜਦੋਂ ਆਏ, ਸੇਵਾ ਕੀਤੀ, ਨਾਮ ਜਪਿਆ, ਅਸਲੀ ਸਿਧਾਂਤ ਨੂੰ ਗ੍ਰਹਿਣ ਕੀਤਾ, ਅਤੇ ਫਿਰ ਉਹ ਗੁਰਤਾ ਗੱਦੀ ਦੀ ਪਦਵੀ ਨੂੰ ਪ੍ਰਾਪਤ ਹੋਏ। ਕਿੱਡੀ ਮਹਾਨ ਬਖਸ਼ਿਸ਼ ਉਹਨਾਂ ਨੂੰ ਪ੍ਰਾਪਤ ਹੋਈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਸਤਿਗੁਰੂ ਦੀ ਸੇਵਾ ਕੀਤੇ ਤੋਂ ਬਿਨਾਂ ਜਨਮ ਨਾ ਛੋੜੈ। ਇਹ ਜੰਮਣ ਅਤੇ ਮਰਨ ਜਿਹੜਾ ਹੈ ਇਹ ਸਾਡਾ ਨਹੀਂ ਛੁੱਟਦਾ। ਜੇ ਅਨੇਕ ਕਰਮ ਕਰੈ ਅਧਿਕਾਈ, ਜੇ ਕੋਈ ਅਨੇਕਾਂ ਕਰਮ ਜਿਹੜੇ ਆ ਉਹਨਾਂ ਨੂੰ ਕਰਦਾ ਰਹੇ ਜੀਵ। ਵੇਦ ਪੜ੍ਹੈ ਤੈ ਬਾਦ ਵਖਾਣ ਹੈ, ਬਿਨ ਹਰ ਪਤ ਗਵਾਈ। ਸਤਿਗੁਰੂ ਜੀ ਕਹਿੰਦੇ 4 ਵੇਦਾਂ ਨੂੰ ਪੜ੍ਹਦਾ ਹੈ। ਸ਼ਾਮ ਵੇਦ, ਰਿਗ ਵੇਦ, ਜਜੁਰ ਵੇਦ, ਅਥਰਵਣ ਵੇਦ, ਇਹ 4 ਵੇਦ ਬੰਨੇ ਕਿ 4 ਵੇਦਾਂ ਨੂੰ ਬੜੀ ਸੁਰ ਦੇ ਨਾਲ ਪੜ੍ਹਦਾ ਹੈ, ਸੁਣਾਉਂਦਾ ਹੈ। ਵਾਦ ਵਖਾਣ ਹੈ, ਵਾਦ ਨਾਮ ਹੁੰਦਾ ਚਰਚਾ ਦਾ, ਕਿ ਫਿਰ ਉਹਨਾਂ ਦੀ ਚਰਚਾ ਕਰਨੀ ਹੈ। ਫਿਰ ਉਹਨਾਂ ਦੇ ਉਪਦੇਸ਼ਾਂ ਨੂੰ ਸੁਣਾਉਂਦਾ ਹੈ ਕਿ ਸ਼ਾਮ ਵੇਦ ਇਹ ਕਹਿੰਦਾ ਹੈ, ਰਿਗ ਵੇਦ ਇਹ ਗੱਲ ਕਹਿੰਦਾ ਹੈ, ਜੁਜਰ ਵੇਦ ਜਿਹੜਾ ਉਹਦੇ ਅੰਦਰ ਆਸ ਚੀਜ਼ ਦਾ ਜ਼ਿਕਰ ਹੈ, ਅਥਰਵਣ ਵੇਦ ਦੇ ਅੰਦਰ ਆਹ ਗੱਲ ਕਹੀ ਗਈ ਹੈ। ਫਿਰ ਉਹਨਾਂ ਵੇਦਾਂ ਦੀਆਂ ਵਿਚਾਰਾਂ ਨੂੰ ਵਿਖਾਣਦਾ ਹੈ। ਪਰ ਬਿਨ ਹਰ ਪਤ ਗਵਾਈ, ਸਤਿਗੁਰੂ ਜੀ ਕਹਿੰਦੇ ਬਿਨਾਂ ਹਰੀ ਪਰਮੇਸ਼ਰ ਦੀ ਭਗਤੀ ਕੀਤੇ ਤੋਂ, ਨਾਮ ਦੀ ਕਮਾਈ ਕੀਤੇ ਤੋਂ, ਅਮਲ ਦੇ ਵਿੱਚ ਲਿਆਏ ਤੋਂ ਬਿਨਾਂ ਪਤ ਗਵਾਈ, ਜਿਹੜੀ ਇੱਜ਼ਤ ਹੈ ਉਸ ਨੂੰ ਜੀਵ ਗਵਾ ਲੈਂਦਾ ਹੈ। ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਭਜ ਛੂਟਹਿ ਗੁਰ ਸਰਣਾਈ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦਾ ਸਤਿਗੁਰੂ ਸੱਚਾ ਹੈ ਅਤੇ ਸਾਚੀ ਜਿਸ ਬਾਣੀ, ਅਤੇ ਜਿਸ ਗੁਰੂ ਦੀ ਬਾਣੀ ਵੀ ਸੱਚੀ ਹੈ, ਉਸ ਨੂੰ ਭਜ, ਉਹਦਾ ਭਜਨ ਕਰਕੇ, ਛੂਟਹਿ ਗੁਰ ਸਰਣਾਈ, ਅਤੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਜੀਵ ਛੁੱਟ ਸਕਦਾ। ਸੱਚੇ ਗੁਰੂ ਦੀ ਬਾਣੀ ਵੀ ਸੱਚੀ ਹੈ, ਅਤੇ ਉਹ ਸੱਚੀ ਬਾਣੀ ਦੇ ਲੜ ਲੱਗ ਕੇ, ਉਪਦੇਸ਼ ਦੇ ਲੜ ਲੱਗ ਕੇ, ਉਹਦਾ ਭਜਨ ਕਰਕੇ ਗੁਰ ਸਰਣਾਈ, ਜੀਵ ਗੁਰੂ ਦੀ ਸ਼ਰਨ ਪੈ ਜਾਂਦਾ। ਅਤੇ ਗੁਰੂ ਦੀ ਸ਼ਰਨ ਜਿਹੜਾ ਪੈ ਜਾਏ ਫਿਰ ਉਹ ਛੁੱਟ ਜਾਂਦਾ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸੁਆਮੀ ਸੰਦਾ। ਸ਼ਰਨ ਆਏ ਦੀ ਰੱਖਿਆ ਉਹ ਪਰਮੇਸ਼ਰ ਵਾਹਿਗੁਰੂ ਕਰਦਾ ਹੈ। ਜਿਹੜਾ ਮਨੋ ਤਨੋਂ ਨਿਮਰਤਾ ਦੇ ਵਿੱਚ ਭਿੱਜ ਕੇ ਗੁਰੂ ਦੀ ਸ਼ਰਨ ਆਉਂਦਾ, ਉਹਦੀ ਰੱਖਿਆ ਸਤਿਗੁਰੂ ਜੀ ਕਰਦੇ ਹਨ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੈ ਸਚਿਆਰਾ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਹਰੀ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਮਨ 'ਚ ਵਸਿਆ ਹੋਇਆ। ਜਿਨ ਹਰ ਮਨ ਵਸਿਆ, ਮਨ ਦੇ ਵਿੱਚ ਜਿਨ੍ਹਾਂ ਦੇ ਹਰੀ ਪ੍ਰਮਾਤਮਾ ਵਸ ਗਿਆ। ਕਿਉਂਕਿ ਮਨ ਦੇ ਵਿੱਚ ਪ੍ਰਮਾਤਮਾ ਵਸਣਾ ਬੜਾ ਔਖਾ ਹੈ। ਮਨ ਦੇ ਅੰਦਰ ਜਿਹੜੀਆਂ ਪਹਿਲਾਂ ਚੀਜ਼ਾਂ ਵਸੀਆਂ ਹੋਈਆਂ ਉਹ ਕੱਢਣੀਆਂ ਪੈਂਦੀਆਂ। ਜਿਵੇਂ ਸਤਿਗੁਰਾਂ ਦੇ ਬਚਨ ਹਨ, ਵਸਤੂ ਅੰਦਰ ਵਸਤ ਸਮਾਵੈ, ਜੇ ਦੂਜੀ ਹੋਵੇ ਪਾਸ। ਜਿਵੇਂ ਇੱਕ ਭਾਂਡੇ ਦੇ ਅੰਦਰ ਕੋਈ ਪਹਿਲਾਂ ਚੀਜ਼ ਪਾਈ ਹੋਈ, ਉਹ ਭਰਿਆ ਹੋਇਆ, ਅਤੇ ਉਹਦੇ ਅੰਦਰ ਦੂਸਰੀ ਚੀਜ਼ ਪਾਉਣੀ ਹੋਵੇ ਤਾਂ ਪਹਿਲਾਂ ਵਾਲੀ ਤਾਂ ਕੱਢਣੀ ਪੈਂਦੀ ਹੈ, ਦੂਜੀ ਤਾਂ ਪੈ ਨਹੀਂ ਸਕਦੀ। ਉਹਨੂੰ ਕੱਢ ਕੇ ਫਿਰ ਉਹਨੂੰ ਸਾਫ਼ ਕਰਕੇ ਫਿਰ ਦੂਜੀ ਚੀਜ਼ ਪੈਂਦੀ ਹੈ। ਇਸੇ ਪ੍ਰਕਾਰ ਹੀ ਸਾਡੇ ਮਨ ਦੇ ਅੰਦਰ ਜੋ ਕੁਝ ਪਹਿਲਾਂ ਭਰਿਆ ਪਿਆ, ਜੋ ਕੁਝ ਪਹਿਲਾਂ ਵਸਿਆ ਹੋਇਆ, ਉਹਨੂੰ ਕੱਢ ਕੇ, ਉਹਦੀ ਸਫਾਈ ਕਰਕੇ, ਮਨ ਨੂੰ ਸ਼ੁੱਧ ਅਤੇ ਨਿਰਮਲ ਕਰਕੇ ਫਿਰ ਹਰੀ ਪ੍ਰਮਾਤਮਾ ਮਨ 'ਚ ਵਸਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਅਤੇ ਗੁਰੂ ਦੀ ਸੇਵਾ ਦੁਆਰਾ ਆਪਣਾ ਮਨ ਸ਼ੁੱਧ ਪਵਿੱਤਰ ਕਰ ਲਿਆ, ਉਹਨਾਂ ਦੇ ਸ਼ੁੱਧ ਮਨ ਦੇ ਅੰਦਰ ਉਹ ਹਰੀ ਪਰਮੇਸ਼ਰ ਵਾਹਿਗੁਰੂ ਵਸ ਗਿਆ। ਸੇ ਦਰ ਸਾਚੇ, ਉਹ ਫਿਰ ਪਰਮੇਸ਼ਰ ਵਾਹਿਗੁਰੂ ਦੇ ਦਰ 'ਤੇ ਸੱਚੇ ਹੋ ਜਾਂਦੇ ਹੈ। ਅਤੇ ਦਰ ਸੱਚੈ ਸਚਿਆਰਾ, ਜਿਹੜਾ ਪਰਮੇਸ਼ਰ ਦਾ ਸੱਚਾ ਦਰ ਹੈ, ਉੱਥੇ ਉਹ ਵੀ ਸਚਿਆਰ, ਸਚਿਆਈ ਵਾਲੇ ਮੰਨੇ ਜਾਂਦੇ ਹਨ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਏ ਨਾ ਮੇਟਣ ਹਾਰਾ। ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਸੋਭਾ ਵਡਿਆਈ ਜਿਹੜੀ ਹੈ ਉਹ ਜੁਗਾਂ ਜੁਗਾਂ ਤੱਕ ਹੁੰਦੀ ਹੈ। ਕੋਏ ਨਾ ਮੇਟਣ ਹਾਰਾ, ਕੋਈ ਵੀ ਉਹਨਾਂ ਦੀ ਸੋਭਾ ਵਡਿਆਈ ਨੂੰ ਮੇਟਣ ਵਾਲਾ ਨਹੀਂ। ਜਿਹਨੂੰ ਪਰਮਾਤਮਾ ਵਡਿਆਈ ਦੇਣੀ ਚਾਹਵੇ, ਜਿਹਨੂੰ ਗੁਰੂ ਵਡਿਆਈ ਦੇਣੀ ਚਾਹਵੇ, ਉਸ ਵਡਿਆਈ ਨੂੰ ਕੋਈ ਖੋਹ ਨਹੀਂ ਸਕਦਾ, ਕੋਈ ਨਾਸ ਨਹੀਂ ਕਰ ਸਕਦਾ। ਕਿਉਂਕਿ ਵਡਿਆਈ ਉਹਨੂੰ ਪਰਮਾਤਮਾ ਦੇ ਰਿਹਾ, ਵਡਿਆਈ ਉਹਨੂੰ ਗੁਰੂ ਦੇ ਰਿਹਾ। ਅਤੇ ਜਿਹਨੂੰ ਪਰਮਾਤਮਾ ਬਖਸ਼ਿਸ਼ਾਂ ਕਰੇ
ਉਹ ਤੇ ਨਾ ਕੋਈ ਖੋਹ ਸਕਦਾ, ਨਾ ਉਹਨੂੰ ਕੋਈ ਨਾਸ ਕਰ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ ਉਹਨਾਂ ਦੀ ਸੋਭਾ ਜੁਗ ਜੁਗ ਹੋਈ। ਜੁਗਾਂ ਜੁਗਾਂ ਦੇ ਅੰਦਰ ਹੀ ਉਹਨਾਂ ਦੀ ਸੋਭਾ ਹੁੰਦੀ ਹੈ। ਜਿਵੇਂ ਭਗਤਾਂ ਦੀ ਹੋ ਰਹੀ ਹੈ, ਭਗਤ ਧਰੂ, ਭਗਤ ਪ੍ਰਹਿਲਾਦ ਸਤਿਯੁਗ ਦੇ ਅੰਦਰ ਹੋਏ ਹੈ। ਉਦੋਂ ਬਾਅਦ ਦੁਆਪਰ ਲੰਘ ਗਿਆ, ਤ੍ਰੇਤਾ ਲੰਘ ਗਿਆ, ਹੁਣ ਕਿੰਨਾ ਕਲਯੁਗ ਲੰਘ ਚੱਲਿਆ, ਪਰ ਉਹਨਾਂ ਭਗਤਾਂ ਦੀ ਜੈ ਜੈਕਾਰ ਹੈ। ਉਹਨਾਂ ਭਗਤਾਂ ਦਾ ਅੱਜ ਵੀ ਨਾਮ ਲਿਆ ਜਾਂਦਾ, ਅੱਜ ਵੀ ਪੜ੍ਹਿਆ ਜਾਂਦਾ ਹੈ ਕਿ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇਸੇ ਪ੍ਰਕਾਰ ਬੇਅੰਤ ਭਗਤਾਂ ਦਾ ਜ਼ਿਕਰ ਹੈ, ਜਿਨ੍ਹਾਂ ਦੇ ਅੰਦਰ ਹਰੀ ਪਰਮੇਸ਼ਰ ਵਾਹਿਗੁਰੂ ਵਸ ਗਿਆ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਇਸ ਕਰਕੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਹੈ ਕਿ ਉਹਨਾਂ ਦੀ ਸੋਭਾ ਵਡਿਆਈ ਜਿਹੜੀ ਹੈ ਉਹ ਜੁਗਾਂ ਜੁਗਾਂ ਤੱਕ ਹੁੰਦੀ ਹੈ। ਕੋਈ ਵੀ ਉਸ ਵਡਿਆਈ ਨੂੰ ਮੇਟਣ ਵਾਲਾ ਨਹੀਂ ਹੈ। ਨਾਨਕ ਤਿਨ ਕੈ ਸਦ ਬਲਿਹਾਰੈ, ਜਿਨ ਹਰ ਰਾਖਿਆ ਔਰ ਧਾਰਾ। ਸਤਿਗੁਰੂ ਜੀ ਕਹਿੰਦੇ ਅਸੀਂ ਉਹਨਾਂ ਤੋਂ ਸਦਾ ਹੀ ਬਲਿਹਾਰ ਤੇ ਕੁਰਬਾਨ ਜਾਂਦੇ ਹਾਂ, ਜਿਨ੍ਹਾਂ ਨੇ ਹਰੀ ਪਰਮੇਸ਼ਰ ਨੂੰ ਆਪਣੇ ਉਰ ਨਾਮ ਹੈ ਹਿਰਦੇ ਦਾ, ਹਿਰਦੇ ਦੇ ਅੰਦਰ ਜਿਨ੍ਹਾਂ ਨੇ ਧਾਰਨ ਕਰਕੇ ਰੱਖਿਆ ਹੋਇਆ, ਜਿਨ੍ਹਾਂ ਨੇ ਆਪਣੇ ਹਿਰਦੇ ਦੇ ਅੰਦਰ ਪਰਮਾਤਮਾ ਦੇ ਨਾਮ ਨੂੰ, ਉਹਦੀ ਯਾਦ ਨੂੰ ਵਸਾਇਆ ਹੋਇਆ। ਅੱਠੇ ਪਹਿਰ ਜਿਹੜੇ ਉਹਦੇ ਚਿੰਤਨ ਨੂੰ ਕਰਦੇ ਹੈ, ਉਹਦੇ ਵਿੱਚ ਜੁੜੇ ਰਹਿੰਦੇ ਹੈ, ਉਹਨਾਂ ਤੋਂ ਅਸੀਂ ਸਦਾ ਹੀ ਬਲਿਹਾਰ ਤੇ ਕੁਰਬਾਨ ਜਾਂਦੇ ਹਾਂ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਆਪਾਂ ਨੂੰ ਸੁੰਦਰ ਵਿਚਾਰਾਂ ਦੀ ਬਖਸ਼ਿਸ਼ ਕੀਤੀ ਹੈ। ਸਤਿਗੁਰਾਂ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਨਾਮ ਦੀ ਮਹਿਮਾ ਬਿਆਨ ਕੀਤੀ ਹੈ ਕਿ ਇੱਕ ਬੰਨੇ ਤੇ ਭਗਤਾਂ ਦਾ ਜੀਵਨ ਹੈ, ਇੱਕ ਬੰਨੇ ਸੰਸਾਰੀ ਤਲ ਦੇ ਜੀਵਾਂ ਦਾ ਜੀਵਨ ਹੈ। ਇੱਕ ਬੰਨੇ ਤੇ ਪਰਮੇਸ਼ਰ ਦੇ ਭਗਤਾਂ ਦੇ ਪਾਸ ਨਾਮ ਦਾ ਧਨ ਹੈ, ਜਿਹਦੇ ਦੁਆਰਾ ਉਹ ਸੰਸਾਰ ਦੇ ਅੰਦਰ ਜੀਵਨ ਬਸਰ ਕਰਦੇ ਹੈ। ਦੂਸਰੇ ਬੰਨੇ ਇਹ ਸੰਸਾਰ ਦੀ ਮਾਇਆ ਹੈ ਤੇ ਮਾਇਆ ਵਿਰੋਧ ਕਰਦੀ ਹੈ ਭਗਤਾਂ ਦਾ। ਫਿਰ ਉਹ ਪਰਮੇਸ਼ਰ ਵਾਹਿਗੁਰੂ ਭਗਤਾਂ ਦੀ ਜੈ ਜੈਕਾਰ ਕਰਾਉਂਦਾ ਤੇ ਮਾਇਆ ਜਿਹੜੀ ਹੈ ਉਸ ਨੂੰ ਉਹਦੀ ਹਾਰ ਹੁੰਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਇਹ ਸੰਸਾਰੀ ਜੀਵਾਂ ਦੇ ਤਾਂ ਹੀ ਉਪਦੇਸ਼ ਦੇਣ ਵਾਸਤੇ ਕਿ ਕਿਵੇਂ ਭਗਤ ਇਹ ਸੰਸਾਰ 'ਤੇ ਆਪਣੇ ਸਰੀਰ 'ਤੇ ਕਸ਼ਟ ਝੱਲਦੇ ਹੈ, ਦੁੱਖ ਝੱਲਦੇ ਹੈ, ਅਤੇ ਉਹ ਸਿੱਖਿਆ ਇਹ ਹੁੰਦੀ ਹੈ ਕਿ ਪਰਮਾਤਮਾ ਉਹਨਾਂ ਦੀ ਰੱਖਿਆ ਕਰਦਾ, ਕਿ ਪਰਮਾਤਮਾ ਹੈ ਜਿਹੜਾ ਉਹਨਾਂ ਦੀ ਰੱਖਿਆ ਕਰ ਰਿਹਾ, ਜਿਹਦੇ ਆਸਰੇ 'ਤੇ ਉਹ ਐਡੇ ਐਡੇ ਵੱਡੇ ਕਸ਼ਟਾਂ ਦੇ ਅੰਦਰ ਵੀ ਖੜ੍ਹੇ ਰਹਿੰਦੇ ਹੈ, ਡੋਲਦੇ ਨਹੀਂ। ਕਾਹਦਾ ਆਸਰਾ ਉਹਨਾਂ ਨੂੰ? ਪਰਮਾਤਮਾ ਦਾ। ਇਸ ਕਰਕੇ ਸਤਿਗੁਰਾਂ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਿਧਾਂਤ ਬਖਸ਼ਿਸ਼ ਕੀਤਾ ਹੈ ਕਿ ਓਟ ਅਤੇ ਆਸਰਾ ਜਿਹੜਾ ਹੈ ਉਹ ਸਭ ਤੋਂ ਵੱਡਾ ਅਕਾਲ ਪੁਰਖ ਪਰਮੇਸ਼ਰ ਦਾ ਹੈ। ਜਿਨ੍ਹਾਂ ਨੇ ਅਕਾਲ ਪੁਰਖ ਦਾ ਓਟ ਆਸਰਾ ਲਿਆ ਹੈ ਉਹ ਕਦੇ ਡੋਲਦੇ ਨਹੀਂ, ਕਦੇ ਉਹ ਉਦਾਸ ਨਹੀਂ ਹੁੰਦੇ, ਕਦੇ ਵੀ ਉਹਨਾਂ ਦੇ ਜੀਵਨ ਦੇ ਅੰਦਰ ਦੁੱਖ ਜਿਹੜਾ ਆਉਂਦਾ ਜ਼ਰੂਰ ਹੈ, ਪਰ ਉਹ ਦੁੱਖ ਦੇ ਅਧੀਨ ਨਹੀਂ ਹੁੰਦੇ। ਉਹ ਦੁੱਖ ਤੋਂ ਬਿਰਤੀ ਨੂੰ ਉੱਚਿਆਂ ਰੱਖਦੇ ਆ ਕਿ ਉਹ ਪਰਮੇਸ਼ਰ ਵਾਹਿਗੁਰੂ ਰੱਖਿਆ ਕਰਨ ਵਾਲਾ। ਇਸ ਪ੍ਰਕਾਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਪਾਵਨ ਪਵਿੱਤਰ ਉਪਦੇਸ਼ਾਂ ਦੀ ਬਖਸ਼ਿਸ਼ ਕੀਤੀ ਹੈ, ਜਿਨ੍ਹਾਂ ਨੂੰ ਆਪਾਂ ਰਲ ਮਿਲ ਕੇ ਵਿਚਾਰਿਆ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਪਵਿੱਤਰ ਸ਼ੁਭ ਉਪਦੇਸ਼ ਸਾਡੇ ਸਾਰਿਆਂ ਦੇ ਸੁਣਨ ਪੜ੍ਹਨ ਵਾਲਿਆਂ ਦੇ ਹਿਰਦਿਆਂ 'ਚ ਵਸਣ, ਜਿਸ ਕਰਕੇ ਆਪਾਂ ਲੋਕ ਸੁਖੀਏ ਪਰਲੋਕ ਸੁਹੇਲੇ ਹੋਈਏ ਜੀ। ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੈ ਸਚਿਆਰਾ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਇ ਨ ਮੇਟਣ ਹਾਰਾ। ਨਾਨਕ ਤਿਨ ਕੈ ਸਦ ਬਲਿਹਾਰੈ, ਜਿਨ ਹਰ ਰਾਖਿਆ ਔਰ ਧਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ
ਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ।